ਬਠਿੰਡਾ ਵਿੱਚ ਅੱਗ ਦਾ ਤਾਂਡਵ। ਮਹਿੰਦਰਾ ਦੇ ਸ਼ੋਰੂਮ ਦੇ ਵਿੱਚ ਲੱਗੀ ਭਿਆਨਕ ਅੱਗ। ਨਵੀਂ ਗੱਡੀਆਂ ਸੜ ਕੇ ਸੁਆਹ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ। ਪੰਜਾਬ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ। 24 ਘੰਟਿਆਂ ਵਿੱਚ 142 ਲੋਕਾਂ ਨੇ ਤੋੜਿਆ ਦਮ। 6500 ਦੇ ਕਰੀਬ ਨਵੇਂ ਕੇਸ ਵੀ ਹੋਏ ਰਿਪੋਰਟ। सीरम इंस्टीट्यूट ने घटाए कोविशील्ड के रेट। हुण सूबिਆਂ ਨੂੰ 300 रुपए ਦੇ ਵਿੱਚ ਮਿਲੇਗੀ ਇੱਕ ਡੋਜ਼। केंद्र सरकार ने की सी अपील। चंडीगढ़ ਵਿੱਚ ਬਦਲਿਆ नाइट कर्फ्यू का समा। हुण शाम 6 बजे तो लैके सवेरे 5 बजे तक रहणगीਆਂ पाबंदियां। पहला रात 9 बजे सी कर्फ्यू का समा। जनरल जे सिंह दी सीएम कैप्टन ਨੂੰ ਚੁਣੌਤੀ। ਬੋਲੇ ਪਟਿਆਲਾ ਤੋਂ ਬਾਹਰ ਕਿਸੇ ਵੀ ਸੀਟ ਤੋਂ ਮੇਰੇ ਖਿਲਾਫ ਚੋਣ ਲੜ ਕੇ ਦੇਖ ਲਵੋ, ਪਤਾ ਲੱਗ ਜਾਵੇਗੀ ਹਕੀਕਤ। 2017 ਦੇ ਵਿੱਚ ਬਾਦਲ ਕੈਪਟਨ ਤੇ ਰਲ ਕੇ ਚੋਣ ਕਰਵਾਉਣ ਦਾ ਲਾਇਆ ਇਲਜ਼ਾਮ। ਬੇਅਦਬੀ ਮਾਮਲੇ ਨੂੰ ਲੈ ਕੇ ਪ੍ਰਗਟ ਸਿੰਘ ਨੇ ਵੀ ਖੋਲਿਆ ਮੋਰਚਾ। ਆਪਣੀ ਹੀ ਸਰਕਾਰ ਨੂੰ ਦਿੱਤੀ ਆਤਮ ਮੰਥਨ ਦੀ ਸਲਾਹ। ਕਿਹਾ ਸੀਐਮ ਹੋਣ ਦੇ ਨਾਤੇ ਇਨਸਾਫ ਨਾ ਮਿਲਣ ਦੇ ਲਈ ਕੈਪਟਨ ਜ਼ਿੰਮੇਵਾਰ। पंजाब कांग्रेस ਦੇ ਵਿੱਚ ਨਾਰਾਜ਼ਗੀ ਦਾ ਦੌਰ। ਕੈਬਨਿਟ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਏ ਸੁਖਜਿੰਦਰ ਰੰਧਾਵਾ। ਪਿਛਲੀ ਬੈਠਕ ਦੇ ਵਿੱਚ ਸੀਐਮ ਕੈਪਟਨ ਦੇ ਨਾਲ ਹੋਈ ਸੀ ਤਲਖੀ। ਪਾਣੀਪਤ ਦੇ ਵਿੱਚ ਸਿਵਲ ਹਸਪਤਾਲ ਦੀ ਲਾਪਰਵਾਹੀ ਨੇ ਲਈ ਜਾਨ। ਮਰੀਜ਼ ਨੂੰ ਹਸਪਤਾਲ ਦੇ ਵਿੱਚ ਨਹੀਂ ਮਿਲਿਆ ਸਟ੍ਰੈਚਰ ਤੇ ਬੈੱਡ। ਜ਼ਮੀਨ ਤੇ ਹੀ ਮਰੀਜ਼ ਨੇ ਤੋੜਿਆ ਦਮ। ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਖਬਰ ਬਠਿੰਡਾ ਤੋਂ ਆ ਰਹੀ ਹੈ। ਬਠਿੰਡਾ ਦੇ ਵਿੱਚ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ। ਮਹਿੰਦਰਾ ਦੇ ਸ਼ੋਰੂਮ ਦੇ ਵਿੱਚ ਭਿਆਨਕ ਅੱਗ ਲੱਗ ਗਈ। ਸ਼ੋਰੂਮ ਦੇ ਵਿੱਚ ਪਈਆਂ ਨਵੀਆਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ ਔਰ ਅੱਗ ਤੇ ਕਾਬੂ ਪਾਉਣ ਦੀਆਂ ਫਿਲਹਾਲ ਕੋਸ਼ਿਸ਼ਾਂ ਜਾਰੀ ਨੇ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਜੂਦ ਨੇ ਜੋ ਕਿ ਅੱਗ ਤੇ ਕਾਬੂ ਪਾ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਮਹਿੰਦਰਾ ਦਾ ਇਹ ਸ਼ੋਰੂਮ ਹੈ ਜਿੱਥੇ ਕਿ ਭਿਆਨਕ ਅੱਗ ਲੱਗ ਗਈ ਹੈ ਔਰ ਅਜੇ ਵੀ ਇਸ ਅੱਗ ਤੇ ਕਾਬੂ ਪਾਉਣ ਦਾ ਕੰਮ ਫਿਲਹਾਲ ਜਾਰੀ ਹੈ। ਇਸ ਸ਼ੋਰੂਮ ਦੇ ਵਿੱਚ ਨਵੀਆਂ ਗੱਡੀਆਂ ਮਹਿੰਦਰਾ ਦੀਆਂ ਮੌਜੂਦ ਸੀ ਜੋ ਕਿ ਸੜ ਕੇ ਸੁਆਹ ਹੋ ਗਈਆਂ ਨੇ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿੰਨੀ ਭਿਆਨਕ ਅੱਗ ਹੈ ਔਰ ਕਿੰਨੀ ਜ਼ਿਆਦਾ ਫੈਲੀ ਹੋਈ ਅੱਗ ਹੈ ਜਿਸ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਦਮਕਲ ਵਿਭਾਗ ਜੁਟਿਆ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਮੌਜੂਦ ਨੇ ਔਰ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਤਾਂ ਬੇਹੱਦ ਭਿਆਨਕ ਮੰਜ਼ਰ ਹੈ। ਨਿਊਜ਼ 18 ਪੰਜਾਬ ਤੇ एक्सक्लूसिव तस्वीरां तुसीं वेख सकदे हो। इस पूरी खबर ते वधेरी गलबात करन वास्ते मेरे सहयोगी सूरज पान ने साडे नाल बठिंडा तो फोन लाइन ते जुड़ चुके ने। सूरज, पूरा वाकया तुहाडे तो समझण दी कोशिश करांगे। आखिर घटना किस वेले वापरी और फिलहाल की कुछ तस्वीरां ने, की कुछ माहौल है? देखो नवजोत, अज सुबह की गल है जदों सुबह तकरीबन 6 ਤੋਂ 6:30 ਵਜੇ ਦਾ वक्त सी जदों कि ਅੱਗ ਦੇ ਨਾਲ ਇਹ ਪੂਰੇ ਦਾ ਪੂਰਾ ਸ਼ੋਰੂਮ ਹੈ ਲਾਟਾਂ ਦੇ ਨਾਲ ਲਾਲ ਹੋ ਗਿਆ ਸੀ। ਔਰ ਗੱਲ ਕੀਤੀ ਜਾਵੇ ਤੇ ਗੱਡੀਆਂ ਦੀ ਗਿਣਤੀ ਹੋਣਾ ਹਜੇ ਮੁਸ਼ਕਿਲ ਹੈ ਕਿਉਂਕਿ 2 ਮੰਜ਼ਲਾ ਸ਼ੋਰੂਮ ਦੱਸ ਰਹੇ ਨੇ ਜਿਸ ਦੇ ਟੌਪ ਦੇ ਉੱਪਰ ਵੀ ਕਾਫੀ ਵੱਡੀ ਗਿਣਤੀ ਵਿੱਚ ਗੱਡੀਆਂ ਖੜੀਆਂ ਸੀ। ਸੈਂਕੜੇ ਦੀ ਗਿਣਤੀ ਗੱਡੀਆਂ ਦੀ ਦੱਸੀ ਜਾ ਰਹੀ ਹੈ ਔਰ ਪੂਰੇ ਦਾ ਪੂਰਾ ਸ਼ੋਰੂਮ ਹੈ ਉਹ 2 ਮੰਜ਼ਲੀ ਬਿਲਡਿੰਗ ਹੈ ਜਲ ਕੇ ਰਾਖ ਹੋ ਗਈ ਹੈ। ਹਾਲਾਂਕਿ ਹਜੇ ਤੱਕ ਹੁਣ ਤੋਂ 15 ਜਾਂ 20 ਮਿੰਟ ਪਹਿਲਾਂ ਤੱਕ ਇਸ ਦੇ ਜਿਹੜੇ ਮਾਲਕ ਦਾ ਫੋਨ ਸੀ ਉਹ ਵੀ ਸਵਿਚ ਆਫ ਜਾ ਰਿਹਾ ਸੀ, ਉਹਦੇ ਨਾਲ ਕੋਈ ਲਿੰਕ ਨਹੀਂ ਹੋਇਆ ਸੀਗਾ। ਔਰ ਮੌਕੇ ਤੇ ਦਮਕਲ ਦੀਆਂ ਗੱਡੀਆਂ ਚਾਹੇ ਉਹ ਬਠਿੰਡਾ ਹੋਵੇ, ਗਿੱਦੜਬਾਹਾ ਹੋਵੇ ਜਾਂ ਆਸ-ਪਾਸ ਦੇ ਇਲਾਕੇ ਹੈ ਜਿਹੜੇ ਆਸ-ਪਾਸ ਦੇ ਜ਼ਿਲ੍ਹੇ ਆ ਉੱਥੇ ਗੱਡੀਆਂ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ ਨੇ। ਫਿਲਹਾਲ ਹਜੇ ਅੱਗ ਤੱਕ ਕਾਬੂ ਪਾਇਆ ਗਿਆ ਪਰ ਜਦ ਤੱਕ ਅੱਗ ਦੇ ਕਾਬੂ ਪਿਆ ਤੇ ਪੂਰੇ ਦਾ ਪੂਰਾ ਜਿਹੜਾ ਏਰੀਆ ਸੀਗਾ ਉਹ ਸ਼ੋਰੂਮ ਵਾਲਾ ਏਜੰਸੀ ਵਾਲਾ ਉਹ ਪੂਰਾ ਜਲ ਕੇ ਖਾਕ ਹੋ ਚੁੱਕਿਆ ਹੈ। जी सूरज, कुछ अजे तक पता लग पाया है या फिर किसी ने देखा होवे कि आखिर घटना वापरी किद्दां है या फिर शॉर्ट सर्किट इसकी वजह बनी होए की हुण तक कोई तस्वीर साफ हो पाई है? देखो फिलहाल अजे ना तो इस एजेंसी के या शोरूम के मालिक इतने पहुंचे ने और ना ही कोई खास इन्हों का कोई नेबरज जो गवाढ़ी पहुंचा। सिर्फ आस पड़ोस वाले दस रहे कि सुबह जो लपटा निकलदियां उन्होंने नजर आईयां तो उस तो बाद मालकां नाल गल कीती कि मालकां दा फोन स्विच ऑफ सीगा ते दूसरे पासे फायर ब्रिगेड नूं कॉल कीती है। फायर ब्रिगेड ਦੀਆਂ ਗੱਡੀਆਂ ਜਿਹੜੀਆਂ ਇੱਕ ਤੋਂ ਇੱਕ ਬਾਅਦ ਮੌਕੇ ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਜਦ ਤੱਕ ਗੱਡੀਆਂ ਪਹੁੰਚੀਆਂ ਅੱਗ ਬਹੁਤ ਜ਼ਿਆਦਾ ਵੱਧ ਚੁੱਕੀ ਸੀ। ਫਿਲਹਾਲ ਅੱਗ ਤੇ ਕਾਬੂ ਪਾ ਚੁੱਕਿਆ ਪਰ ਅੱਗ ਦੇ ਕਾਬੂ ਪਾਉਣ ਤੋਂ ਬਾਅਦ ਪੂਰੀ ਦਾ ਪੂਰੀ ਏਜੰਸੀ ਹੈ ਸ਼ੋਰੂਮ ਹੈ ਇਹ ਸੜ ਕੇ ਸੁਆਹ ਹੋ ਚੁੱਕਿਆ ਹੈਗਾ। ਜੀ ठीक है सूरज, फिलहाल शुक्रिया है तमाम जानकारी वास्ते। तुसीं बने रहो इस खबर ते अगे भी तुहाडे तो अपडेट लेंदे रहांगे। तां तस्वीरां तुसीं बठिंडा शोरूम दियां देख सकदे हो। बठिंडा दे महिंद्रा शोरूम दियां तस्वीरां ने जिथे कि नवीं गड्डियां पार्क कीतियां गईयां सीगियां
ਔਰ ਇਸ ਏਜੰਸੀ ਦੇ ਵਿੱਚ ਗੱਡੀਆਂ ਸੀ ਔਰ ਅਚਾਨਕ ਇਸ ਏਜੰਸੀ ਦੇ ਵਿੱਚ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਜੋ ਨਵੀਆਂ ਖੜੀਆਂ ਗੱਡੀਆਂ ਨੇ ਉਹ ਵੀ ਸੜ ਕੇ ਸੁਆਹ ਹੋ ਜਾਂਦੀਆਂ ਨੇ, ਜਿਸ ਤੋਂ ਬਾਅਦ ਅੱਗ ਤੇ ਫਿਲਹਾਲ ਤਾਂ ਕਾਬੂ ਪਾ ਲਿਆ ਗਿਆ, ਪਰ ਕਿੰਨਾ ਕੁ ਨੁਕਸਾਨ ਹੋਇਆ ਇਸ ਦਾ ਅੰਦਾਜ਼ਾ ਅਜੇ ਲਾਉਣਾ ਮੁਸ਼ਕਿਲ ਹੈ। ਹੁਣ ਗੱਲ ਕਰਾਂਗੇ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਅੰਕੜੇ ਦੀ। ਪੰਜਾਬ ਦੇ ਵਿੱਚ ਕੋਰੋਨਾ ਦਾ ਖਤਰਨਾਕ ਅੰਕੜਾ ਜਾਰੀ ਹੈ। ਮੌਤਾਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਅੱਜ ਨਿਕਲ ਕੇ ਆਇਆ ਹੈ। 24 ਘੰਟਿਆਂ ਦੇ ਵਿੱਚ 142 ਮਰੀਜ਼ਾਂ ਦੀ ਮੌਤ ਹੋਈ ਹੈ। ਗੁਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ 22 ਮੌਤਾਂ ਦਰਜ ਕੀਤੀਆਂ ਗਈਆਂ। ਇੱਕ ਦਿਨ ਦੇ ਵਿੱਚ 6472 ਮਰੀਜ਼ ਰਿਪੋਰਟ ਕੀਤੇ ਗਏ ਨੇ। 24 ਘੰਟਿਆਂ ਦੇ ਵਿੱਚ 5272 ਮਰੀਜ਼ ਠੀਕ ਵੀ ਹੋਏ ਨੇ। ਤਾਂ ਬਹੁਤ ਵੱਡਾ ਅੰਕੜਾ ਅੱਜ ਨਿਕਲ ਕੇ ਆ ਰਿਹਾ। 24 ਘੰਟੇ ਦੇ ਵਿੱਚ ਰਿਕਾਰਡ ਅੰਕੜਾ ਪੰਜਾਬ ਦੇ ਵਿੱਚ ਦਰਜ ਕੀਤਾ ਗਿਆ। ਟੋਟਲ ਕੇਸਿਸ ਦੀ ਗੱਲ ਕੀਤੀ ਜਾਵੇ ਤਾਂ 6472 ਟੋਟਲ ਕੇਸ ਰਿਪੋਰਟ ਕੀਤੇ ਗਏ ਔਰ ਰਿਕਵਰੀ ਰੇਟ ਦੀ ਗੱਲ ਕੀਤੀ ਜਾਏ ਤਾਂ 5272 ਲੋਕਾਂ ਨੇ ਮਾਤ ਵੀ ਪਾਈ ਇਸ ਵਾਇਰਸ ਤੇ। ਪਰ ਅਗਰ ਮੌਤਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਦੇ ਰਿਕਾਰਡ ਅੰਕੜੇ ਦਰਜ ਕੀਤੇ ਗਏ ਨੇ, ਯਾਨੀ ਕਿ ਬੀਤੇ 24 ਘੰਟਿਆਂ ਵਿੱਚ ਪੰਜਾਬ ਦੇ ਵਿੱਚ 142 ਲੋਕਾਂ ਨੇ ਦਮ ਤੋੜ ਦਿੱਤਾ ਹੈ। एक बार ग्राफिक्स के जरिए भी तुहानू समझा दिंदे आ कि आखिर किन्ने क टोटल अंकड़े सामने आए ने और डेथ रेट किन्ना है पंजाब दे विच। तां टोटल अंकड़ियां दी गल कीती जावे पंजाब दे विच तां 6472 अंकड़े दर्ज कीते गए ने। रिकवरी रेट दी गल कीती जाए तां 5272 लोकां ने कोरोना वायरस ते जित हासिल कीती। इस दे नाल अगर मौतां दे अंकड़े दी गल कीती जावे तां 172 लोग कोरोना वायरस दी चपेट विच आके दम तोड़ चुके ने। हुण अगे वधांगे, जिले वाइज भी तुहानू तस्वीर साफ कर दिंदे आ। गुरदासपुर दी अगर गल कीती जावे, गुरदासपुर दे विच सब तो मौतां दा अंकड़ा बीते 24 घंटिया विच दर्ज किया गया है। गुरदासपुर दे टोटल केसेस की गल की जाए तो 337 गुरदासपुर दे विच केस रिकॉर्ड किए गए। बीते 24 घंटिया विच 22 लोगों की मौत गुरदासपुर दे विच हुई है और रिकवरी रेट की गल की जाए तो 263 लोग गुरदासपुर दे विच ठीक भी हुए ने। हुण अगे वधांगे, गल करांगे लुधियाना दी। लुधियाना दे विच 952 केस टोटल रिकॉर्ड किए गए ने। रिकवरी रेट की गल की जाए तो 546 लोग रिकवर कर चुके हैं और मौतां दे अंकड़ियां की गल की जाए तो 15 लोगों ने लुधियाना दे विच बीते 24 घंटिया विच दम तोड़ दिता है। हुण गल करांगे अमृतसर दी। अमृतसर दे विच टोटल केस 501 रिकॉर्ड किए गए। रिकवरी रेट की गल की जाए तो 730 लोगों ने बीते 24 घंटिया विच रिकवर किया और मौतां दे अंकड़ियां की गल की जाए तो 18 लोग दम तोड़ चुके ने अमृतसर दे विच। हुण अगे वधदे हां, गल करांगे जलंधर दी। जलंधर दे विच 614 केस रिकॉर्ड किए गए। रिकवरी रेट की गल की जाए तो 931 लोग रिकवर किए ने और मौतां दे अंकड़ियां की गल की जाए तो 8 लोगों ने जलंधर दे विच दम तोड़ दिता। हुण गल करांगे मोहाली दी। मोहाली दे विच 867 केस रिकॉर्ड किए गए। रिकवरी रेट की गल की जाए तो 852 लोग ठीक होए ने और मौतां दे अंकड़ियां की गल की जाए तो बीते 24 घंटिया विच मोहाली विच 12 लोगों ने दम तोड़ दिता। हुण गल करांगे पटियाला दी। पटियाला दे विच 597 केस रिकॉर्ड किए गए। रिकवरी रेट की गल की जाए तो 254 लोगों ने रिकवर किया और मौतां दी अंकड़ियां की गल की जाए तो 10 लोग पटियाला दे विच बीते 24 घंटिया विच दम तोड़ चुके ने। ते ये ऑफिशियल अंकड़े ने जिहड़े सामने निकल के आए ने और अपने आप दे विच एक डराउण वाली तस्वीर पेश कर रहे हैं। उधर अगली वड्डी खबर चंडीगढ़ नाल जुड़ी हुई है। चंडीगढ़ दे विच नाइट कर्फ्यू का समा बदल दिता गया है। हुण शाम 6 बजे तो सवेरे 5 बजे तक कर्फ्यू रहेगा और अज तो ये नवे फैसले लागू हो जाएंगे। पहला रात 9 बजे कर्फ्यू का समा सी और चंडीगढ़ दे विच वीकेंड लॉकडाउन नहीं लगेगा। तो पहला चंडीगढ़ प्रशासन वालों वीकेंड लॉकडाउन का ऐलान जरूर किया गया सीगा और इस दे नाल चंडीगढ़ दे विच वीकेंड लॉकडाउन एक हफ्ते वास्ते लग्या भी सी, पर फिलहाल जो इस वेले हालात ने चंडीगढ़ दे उसनूं देखदिआं होइआ वीकेंड लॉकडाउन नहीं लगाउण दा फैसला चंडीगढ़ प्रशासन वालों किया गया। पर इस दे नाल नाइट कर्फ्यू का समा बदलिया गया है। पंजाब की तर्ज से नाइट कर्फ्यू का समा बदल दिता गया है। हुण शाम 6 बजे तो सवेरे 5 बजे तक नाइट कर्फ्यू रहेगा चंडीगढ़ दे विच, यानी कि शामी 6 बजे तो बाद लोगों को आवाजाही नहीं करन दित्ती जाएगी, आवाजाही प्रभावित रहेगी। इस दे नाल अज तो नवा फैसला लागू हो जाएगा। कल फैसले का ऐलान कर दिता गया सी, पर अज तो ये नवे नियम लागू कर दिते गए ने। और इस तो पहला तुहानूं दस दईए कि नाइट कर्फ्यू का समा 9 बजे तो चंडीगढ़ दे विच शुरू हो रहा सी, पर हुण यही नाइट कर्फ्यू का समा शाम 6 बजे तो शुरू हो जाएगा।
ਹੁਣ ਅੱਗੇ ਵਧਦੇ ਹਾਂ। ਕੋਰੋਨਾ ਦੇ ਖਤਰਿਆਂ ਨੂੰ ਦੇਖਦਿਆਂ ਹੋਇਆ ਹਾਈ ਕੋਰਟ ਵੱਲੋਂ ਵੀ ਇੱਕ ਵੱਡਾ ਆਦੇਸ਼ ਦਿੱਤਾ ਗਿਆ। ਛੋਟੇ-ਮੋਟੇ ਅਪਰਾਧੀਆਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ। ਹਾਈ ਕੋਰਟ ਦਾ ਇਹ ਹੁਕਮ ਸਾਹਮਣੇ ਆਇਆ ਹੈ। ਕਾਨੂੰਨ ਵਿਵਸਥਾ ਦੇ ਸੰਕਟ ਤੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਔਰ 30 ਜੂਨ ਤੱਕ ਆਦੇਸ਼ ਲਗਾ ਦਿੱਤੇ ਗਏ ਨੇ। ਤਾਂ 30 ਜੂਨ ਤੱਕ ਇਹ ਸਾਰੇ ਆਦੇਸ਼ ਲਾਗੂ ਰਹਿਣਗੇ। ਜਿੱਥੇ ਕਿ ਕੋਰੋਨਾ ਦਾ ਸੰਕਟ ਇਸ ਵੇਲੇ ਵੱਧਦਾ ਹੋਇਆ ਨਜ਼ਰ ਆ ਰਿਹਾ, ਉਸ ਦੌਰਾਨ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਵੱਡਾ ਆਦੇਸ਼ ਦਿੱਤਾ ਗਿਆ। ਛੋਟੇ-ਮੋਟੇ ਅਪਰਾਧੀਆਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ। ਕਾਨੂੰਨ ਵਿਵਸਥਾ ਦੇ ਸੰਕਟ ਤੇ ਹੀ गिरफ्तारी होवे, इस गल नूं सुनिश्चित किया जाए। हाई कोर्ट वालों ये आदेश जारी किए गए हैं और जो ये नवे आदेश जारी हुए ने इसकी पूरी म्याद जिहड़ी है 30 जून तक रहेगी। यानी कि उस तो बाद जो कोई ऑर्डर आउंदे ने या कुछ तब्दीलियां होंदियां ने वो 30 जून तो बाद होणगियां, पर 30 जून तक जो छोटे मोटे अपराधी होणगे उन्हां नूं गिरफ्तार नहीं किया जाएगा। इसके आदेश दे दिते गए ने। कानून व्यवस्था के संकट ते गिरफ्तारी होनी लाजमी है। उधर कोरोना नियमां दी पालना ना करना बॉलीवुड अदाकार जिमी शेरगिल नूं महंगा पै गया है। लुधियाना पुलिस ने जिमी शेरगिल ते उसदे बाकी टीम मैंबरां दे खिलाफ कार्रवाई की है। बॉलीवुड अदाकार जिमी शेरगिल फिल्मी परदे दा हीरो लुधियाना च कानून ते नियमां दीआं धज्जियां उड़ा रिहा सी। कोरोना नियमां नूं छिक्के टांके फिल्म दी शूटिंग कर रिहा सी। कोरोना नियमां दा उल्लंघन करन ते लुधियाना पुलिस ने पहला जिमी शेरगिल दा चलान कट्टिया, पर पुलिस दी इस कार्रवाई दा हीरो जिमी शेरगिल ते कोई भी असर ना होया। फिल्मी पर्दे दे इस हीरो ने दूजी बार फिर कोरोना नियमां दीआं धज्जियां उड़ाईआं। तो फिर पुलिस ने भी दिखा दिता कि फिल्मी पर्दे ते भावें वो हीरो होवे, पर लुधियाना च चलदी तां पुलिस दी है। दरअसल जिमी शेरगिल ते उसकी टीम एक स्कूल च अपनी फिल्म की शूटिंग कर रहे सन। स्कूल नूं सैशन कोर्ट विच तब्दील किया गया सी। पुलिस नूं सूचना मिली कि फिल्म की शूटिंग लई जो सैशन कोर्ट बनाई गई है उत्थे कोरोना नियमां दीआं धज्जियां उड़ाईआं जा रहीआं ने। पुलिस ने मौके ते पहुंचा ते देखा कि किसी ने भी मास्क नहीं पाया सी, ना ही सोशल डिस्टेंसिंग का कोई ख्याल रखा जा रहा सी। पुलिस ने जिमी शेरगिल ते उसकी टीम का चलान कट दिता, पर इस चलान का भी जिमी शेरगिल ते कोई भी असर ना होया। अगले दिन फिर रात नूं नाइट कर्फ्यू की उल्लंघना करके फिल्म की शूटिंग की जा रही सी। पुलिस नूं सूचना मिली ते पुलिस ने मौके ते देखा कि शूटिंग वाली थां ते 100 तो वध लोग मौजूद ने। पहला पुलिस ने अपनी कार्रवाई शुरू की। पुलिस के मुताबिक जिमी शेरगिल के 3 साथियों ने पेश होकर अपनी जमानत करवा ली है, पर जिमी शेरगिल हाले भी पुलिस सामने पेश नहीं होया। कोरोना एक बीमारी है जो कि इसका इलाज नहीं करती, ना हीरो वेखदी है ना ही विलन, पर शायद साडे फिल्मी पर्दे दे हीरो इस हकीकत तो हले अनजान ने, समझ नहीं पा रहे। इसलिए पुलिस नूं कानून दी पिक्चर दिखानी पै रही है। लुधियाना तो जसवीर सिंह बराड़ की रिपोर्ट, न्यूज़ 18 पंजाब। उधर कोरोना के वादे प्रकोप के विचकार कुछ लोग मसीहा बन के सामने आए ने ते बिना किसी लालच के लोगों की मदद की जा रही है। गुरुग्राम ते पटियाला दे विच भी अजिहे ही मसीहा ने जो कि लोगों की मदद के लिए हथ वधा रहे ने। कोरोना कारण पूरे देश दे विच हाहाकार है। महामारी ने मौत दा जो मंजर विखाया वो कदे भी भुलाया नहीं जा सकेगा। हस्पताल मरीजां दे नाल भरे होए ने। सब तो ज्यादा मारामारी ऑक्सीजन दे लिए। हस्पताल ऑक्सीजन की कमी दे नाल जूझ रहे ने, पर इस त्रासदी दे विच कुछ अजिहे लोग भी ने जो बिना लोभ लालच दे मानवता दी भलाई दे विच लगे हुए ने। ऑक्सीजन की भारी किल्लत के विचकार मददगार बनी है साइबर सिटी गुरुग्राम की एक कंपनी, जो टुटदे साहां नूं बचाउण दे विच अहम भूमिका निभा रही है। कोरोना प्रभावित मरीजों के लिए मुफ्त दे विच ऑक्सीजन मुहैया करवाई जा रही है। मानेसर दी स्टार स्पेशल एयर गैस कंपनी हुण तक हजारां लीटर ऑक्सीजन मुहैया करवा चुकी है। 10,000 लीटर आज जिला गुड़गांव को देने का उनको वादा किया और डीसी साहब को हमने बोल दिया कि आप डिस्ट्रीब्यूशन अपने हिसाब से कर लीजिए, क्योंकि सभी को व्यवस्थित तरीके से ऑक्सीजन मिलनी चाहिए। किसी ने सोचा भी नहीं सी कि ऑक्सीजन की अजिही किल्लत भी
ਚੱਲਣੀ ਪੈ ਸਕਦੀ ਹੈ। ਅਜਿਹੇ ਦਿਨ ਵੀ ਵੇਖਣੇ ਪੈਣਗੇ ਕਿ ਆਕਸੀਜਨ ਦੇ ਲਈ ਦਰ-ਦਰ ਭਟਕਣਾ ਪਵੇਗਾ। अब पेशेंट परेशान है, हम कहाँ कागज़ ढूंढेंगे? हम पहले से ऑक्सीजन के लिए सिलेंडर ढूंढते घूमेंगे। अब हम लाइन में लगे हुए तब वहाँ पहुँचेंगे तब ये बताएंगे कैसे देंगे नहीं देंगे। ਸਿਰਫ ਦਿੱਲੀ NCR ਹੀ ਨਹੀਂ ਬਲਕਿ ਪੰਜਾਬ ਦੇ ਵਿੱਚ ਵੀ ਕਰੋਨਾ ਦੇ ਅੰਕੜੇ ਡਰਾਉਣ ਲੱਗੇ ਨੇ। ਅਜਿਹੇ ਦੇ ਵਿੱਚ ਪਟਿਆਲਾ ਦਾ ਇੱਕ ਨਿੱਜੀ ਹਸਪਤਾਲ ਲੋਕਾਂ ਦੀ ਮਦਦ ਦੇ ਲਈ ਅੱਗੇ ਆਇਆ ਹੈ। ਹਸਪਤਾਲ ਦੇ ਮਾਲਿਕ ਲੋਕਾਂ ਨੂੰ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਦੇਣ ਦੇ ਨਾਲ-ਨਾਲ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੇ ਪਰਿਵਾਰਾਂ ਦੇ ਘਰ ਤੱਕ ਵੀ ਖਾਣਾ ਪਹੁੰਚਾਉਣਗੇ। जिन परिवारों को कोरोना पॉजिटिव हैं, जो घर पे होम क्वारंटाइन है, उनके लिए यहाँ से थाली फ्री जाएगी पैक होकर। ਹਰ ਦਿਨ ਵੱਧਦੇ ਕਰੋਨਾ ਦੇ ਅੰਕੜੇ, ਆਕਸੀਜਨ ਦੀ ਕਿੱਲਤ ਤੇ ਲੋਕਾਂ ਦੀ ਮੁਸ਼ਕਲ ਹਾਲਾਤ ਇਸ ਕਦਰ ਵਿਗੜ ਜਾਣਗੇ, ਇਹ ਗੱਲ ਕਿਸੇ ਦੇ ਜ਼ਿਹਨ ਦੇ ਵਿੱਚ ਵੀ ਨਹੀਂ ਆਈ ਹੋਵੇਗੀ। ਪਰ ਇਸ ਮੁਸ਼ਕਲ ਦੌਰ ਦੇ ਵਿੱਚ ਕੁਝ ਲੋਕ ਮਸੀਹਾ ਬਣ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਅਜਿਹੇ ਲੋਕਾਂ ਨੂੰ ਨਿਊਜ਼ 18 ਸਲਾਮ ਕਰਦਾ ਹੈ। ਗੁਰੂਗ੍ਰਾਮ ਤੋਂ ਧਰਮਵੀਰ ਸ਼ਰਮਾ ਤੇ ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ। ਉਧਰ ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਆਪਣਾ ਮੋਹਰੀ ਯੋਗਦਾਨ ਦਈਏ, ਜਿਸ ਦੇ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਵੱਲ ਕਦਮ ਵਧਾ ਸਕੀਏ। ਅਤੇ ਨੈਟਵਰਕ 18 ਇਸ ਮੁਹਿੰਮ ਦੇ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ, ਉਦ ਤੱਕ ਕੋਈ ਸੁਰੱਖਿਅਤ ਨਹੀਂ ਹੋਵੇਗਾ।